तै कहूँ को देत नह पैमानत आनो। कहो नानक सुन रे मना, ਗਿਆਨੀ ਤਾਹੇ ਬਖਾਨੋ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸ਼ਲੋਕ ਅਰਥਾਂ ਸਮੇਤ ਪਿਆਰਿਓ ਆਪ ਸਰਵਣ ਕਰ ਰਹੇ ਹੋ। 15ਵੇਂ ਸ਼ਲੋਕ ਤੱਕ ਆਪ ਜੀਆਂ ਨੇ ਪਹਿਲੇ ਸਰਵਣ ਕੀਤੇ ਹਨ। ਆਓ ਹੁਣ ਜੋ 16ਵਾਂ ਸ਼ਲੋਕ ਹੈ, ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣੇ ਪਾਵਨ ਪਵਿੱਤਰ ਬਚਨਾਂ ਦੇ ਵਿੱਚ ਜੋ ਬਖਸ਼ਿਸ਼ ਕਰ ਰਹੇ ਨੇ, ਉਸ ਦੇ ਨਾਲ ਜੁੜਨਾ ਕਰੀਏ। ਸਤਿਗੁਰੂ ਕਹਿੰਦੇ ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਜਿਹੜਾ ਮਨੁੱਖ ਕਿਸੇ ਨੂੰ ਕੋਈ ਡਰਾਵੇ ਨਹੀਂ ਦਿੰਦਾ ਅਤੇ ਕਿਸੇ ਦੇ ਡਰਾਵੇ ਮੰਨਦਾ ਕੋਈ ਨਹੀਂ, ਕਿਸੇ ਤੋਂ ਘਬਰਾਉਂਦਾ ਕੋਈ ਨਹੀਂ ਤੇ ਕਿਸੇ ਨੂੰ ਡਰ ਦਿੰਦਾ ਕੋਈ ਨਹੀਂ, ਕਿਸੇ ਨੂੰ ਨਾ ਡਰ ਦੇਣਾ ਤੇ ਨਾ ਕਿਸੇ ਦਾ ਡਰ ਲੈਣਾ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਨੇ, ਇਹ ਮਨ ਸੁਣ। ਉਸ ਨੂੰ ਆਤਮਿਕ ਜੀਣ ਦੀ ਸੋਝੀ ਆ ਗਈ ਸਮਝੋ। ਉਸ ਨੂੰ ਆਤਮਿਕ ਗਿਆਨੀ ਸਮਝ, ਜਿਹੜਾ ਨਾ ਕਿਸੇ ਨੂੰ ਭੈ ਦਿੰਦਾ ਹੈ ਤੇ ਨਾ ਕਿਸੇ ਦਾ ਡਰ ਲੈਂਦਾ ਹੈ। ਜਿਸ ਨੂੰ ਆਤਮਿਕ ਗਿਆਨ ਦੀ ਸੋਝ ਆ ਜਾਂਦੀ ਹੈ ਪਿਆਰਿਓ, ਉਹ ਐਸਾ ਕਰਮ ਕਦੀ ਵੀ ਨਹੀਂ ਕਰਦਾ, ਨਾ ਕਿਸੇ ਨੂੰ ਦੁੱਖ ਦਿੰਦਾ, ਨਾ ਕਿਸੇ ਨੂੰ ਡਰ ਦਿੰਦਾ ਹੈ ਤੇ ਨਾ ਕਿਸੇ ਦਾ ਡਰ ਲੈਂਦਾ ਹੈ। ਜੇ ਵਿਖਿਆ ਸਗਲੀ ਤਜੀ, ਲਿਓ ਪੇਖ ਬੈਰਾਗ। ਕਹੋ ਨਾਨਕ ਸੁਨ ਰੇ ਮਨਾ, ਤਿਹ ਨਰ ਮਾਥੇ ਭਾਗ। ਜਿਸ ਮਨੁੱਖ ਨੇ ਪਿਆਰਿਓ ਵਿਖਿਆ ਹੈ, ਕਿ ਵਿਖਿਆ ਕਹਿੰਦੇ ਯੈਰ ਨੂੰ, ਇਹ ਯੈਰ ਕਿਸੇ ਕਈ ਤਰੀਕਿਆਂ ਦੇ ਨਾਲ ਪਿਆਰਿਓ ਦੁਖੀ ਕਰਦੀ ਹੈ। ਜਿਸ ਮਨੁੱਖ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਾ, ਈਰਖਾ ਆਦਿਕ ਅਨੇਕਾਂ ਰੂਪਾਂ ਵਾਲੀ ਸਾਰੀ ਦੀ ਸਾਰੀ ਮਾਇਆ ਤਿਆਗ ਦਿੱਤੀ, ਉਸਨੇ ਸਹੀ ਵੈਰਾਗ ਪਿਆਰਿਓ ਧਾਰਨ ਕਰ ਲਿਆ। ਉਹਨੇ ਅਸਲ ਦੇ ਵਿੱਚ ਵਿਖਿਆ ਜਿਹੜੀ ਹੈ ਉਹ ਛੱਡ ਦਿੱਤੀ ਹੈ। ਉਸਨੇ ਸੱਚਾ ਵੈਰਾਗ ਧਾਰਨ ਕੀਤਾ ਹੈ। ਕਿਹੜਾ? ਪਰਮੇਸ਼ਰ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ। ਉਸ ਨੂੰ ਵੈਰਾਗ ਹੈ ਕੇਵਲ ਤੇ ਕੇਵਲ ਪਰਮੇਸ਼ਰ ਦਾ। ਵਿਖਿਆ ਨੂੰ ਉਸਨੇ ਛੱਡ ਦਿੱਤਾ, ਮਾਇਆ ਨੂੰ ਉਸਨੇ ਛੱਡ ਦਿੱਤਾ। ਕਾਮ, ਕ੍ਰੋਧ, ਲੋਭ, ਅਹੰਕਾਰ, ਨਿੰਦਾ, ਚੁਗਲੀ, ਈਰਖਾ, ਬਖੀਲੀ, ਇਹ ਸਾਰੀ ਦੀ ਸਾਰੀ ਛੱਡ ਦਿੱਤੀ। ਤੇ ਸਤਿਗੁਰੂ ਕਹਿੰਦੇ ਨੇ, ਕਹੋ ਨਾਨਕ ਸੁਨ ਰੇ ਮਨਾ, ਤੇ ਨਰ ਮਾਥੇ ਭਾਗ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਇਹ ਮਨ ਸੁਣ। ਉਸ ਮਨੁੱਖ ਦੇ ਮੱਥੇ ਤੇ ਚੰਗਾ ਭਾਗ ਜਾਗ ਪਿਆ, ਉਹ ਚੰਗੀ ਕਿਸਮਤ ਵਾਲਾ ਬਣ ਗਿਆ ਪਿਆਰਿਓ। ਉਸ ਦੇ ਮੱਥੇ ਦੀ ਭਾਗ ਜਾਗ ਪਈ, ਜਿਸ ਨੇ ਇਹ ਵਿਖਿਆ ਛੱਡ ਦਿੱਤੀ, ਜਿਸ ਨੇ ਇਹ ਮਾਇਆ ਨੂੰ ਤਿਆਗ ਦਿੱਤਾ। ਜੇ ਮਾਇਆ ਮਮਤਾ ਤਜੀ, ਸਭ ਤੇ ਪਇਓ ਉਦਾਸ। ਕਹੋ ਨਾਨਕ ਸੁਨ ਰੇ ਮਨਾ, ਤੇ ਕਟ ਭ੍ਰਮ ਨਿਵਾਸ। ਜਿਸ ਮਨੁੱਖ ਨੇ ਮਾਇਆ ਦਾ ਮੋਹ ਛੱਡ ਦਿੱਤਾ, ਜਿਹੜਾ ਮਨੁੱਖ ਮਾਇਆ ਦੀ ਕਾਮ ਆਦਿਕ ਸਾਰੇ ਵਿਕਾਰਾਂ ਵੱਲੋਂ ਉਪਰਾਮ ਹੋ ਗਿਆ ਪਿਆਰਿਓ, ਉਹਦੇ ਉੱਤੇ ਮਾਇਆ ਅਸਰ ਕੋਈ ਨਹੀਂ ਪਾਉਂਦੀ ਪਿਆਰਿਓ। ਉਸਨੇ ਇਹਨਾਂ ਗੱਲਾਂ ਨੂੰ ਜਦੋਂ ਛੱਡ ਦਿੱਤਾ ਤੇ ਸਤਿਗੁਰੂ ਕੀ ਕਹਿੰਦੇ ਨੇ, ਕਹੋ ਨਾਨਕ ਸੁਨ ਰੇ ਮਨਾ, ਤੇ ਕਟ ਭ੍ਰਮ ਨਿਵਾਸ। ਸਤਿਗੁਰੂ ਕਹਿੰਦੇ ਨੇ, ਸਮਝ ਲਓ, ਐ ਮੇਰੇ ਮਨ ਸੁਣ। ਉਸ ਦੇ ਹਿਰਦੇ ਵਿੱਚ ਪ੍ਰਤੱਖ ਤੌਰ ਤੇ ਆਤਮਾ ਦਾ ਨਿਵਾਸ ਹੋ ਗਿਆ, ਪ੍ਰਮਾਤਮਾ ਦਾ ਨਿਵਾਸ ਹੋ ਗਿਆ। ਉਸ ਦੇ ਹਿਰਦੇ ਘਟ ਦੇ ਵਿੱਚ ਪਰਮੇਸ਼ਰ ਦਾ ਨਿਵਾਸ ਹੋ ਗਿਆ। ਉਸ ਦੇ ਹਿਰਦੇ ਘਟ ਪਿਆਰਿਓ, ਸਾਰਿਆਂ ਦੇ ਹਿਰਦੇ ਘਟ ਦੇ ਵਿੱਚ ਪਰਮੇਸ਼ਰ ਤਾਂ ਬੈਠਾ ਹੈ, ਪਰ ਪਛਾਣ ਨਹੀਂ ਆਉਂਦੀ। ਜਿਸ ਦੀ ਬਖਸ਼ਿਸ਼ ਕਰ ਦਿੰਦਾ ਹੈ ਮਾਲਕ, ਉਸੇ ਨੂੰ ਹੀ ਪ੍ਰਮਾਤਮਾ ਦੀ ਪਛਾਣ ਆਉਂਦੀ ਹੈ ਕਿ ਉਹ ਪਰਮੇਸ਼ਰ ਮੇਰੇ ਹਿਰਦੇ ਘਟ ਦੇ ਵਿੱਚ ਬੈਠਾ ਹੋਇਆ ਹੈ। ਜੇ ਪ੍ਰਾਨੀ ਹਉ ਮੈਂ ਤਜੀ, ਕਰਤਾ ਰਾਮ ਪਛਾਨ। ਕਹੋ ਨਾਨਕ ਵਹੁ ਮੁਕਤ ਨਰ,
ਏ ਮਨ ਸਾਚੀ ਮਾਨ। ਜਿਹ ਪ੍ਰਾਨੀ ਹਉਮੈ ਤਜੀ। ਜਿਸ ਮਨੁੱਖ ਨੇ ਕਰਤਾਰ ਦੇ ਸਿਰਜਣਹਾਰ ਨਾਲ ਡੂੰਘੀ ਸਾਂਝ ਪਾ ਲਈ ਪਿਆਰੂ, ਤੇ ਆਪਣੇ ਅੰਦਰੋਂ ਹਉਮੈ ਨੂੰ ਤਿਆਗ ਦਿੱਤਾ, ਇਹੀਓ ਤੇ ਪਿਆਰੂ ਇੱਕ ਬਿਮਾਰੀ ਹੈ। ਸਤਿਗੁਰੂ ਕਹਿੰਦੇ ਨੇ ਨਾ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਦੋ ਚੀਜ਼ਾਂ ਇੱਕ ਥਾਂ ਤੇ ਨਹੀਂ ਵਸ ਸਕਦੀਆਂ ਪਿਆਰੂ। ਜਿੱਥੇ ਨਾਮ ਹੋਵੇਗਾ ਉੱਥੇ ਹਉਮੈ ਨਹੀਂ ਹੋਵੇਗੀ, ਜਿੱਥੇ ਹਉਮੈ ਹੋਵੇਗੀ ਉੱਥੇ ਨਾਮ ਨਹੀਂ ਹੋਵੇਗਾ। ਤੇ ਸਤਿਗੁਰੂ ਕਹਿੰਦੇ ਨੇ, ਕਹੋ ਨਾਨਕ ਵੋ ਮੁਕਤ ਨਰ, ਇਹ ਮਨ ਸਾਚੀ ਮਾਨ। ਜਿਹਦੇ ਮਨ ਅੰਦਰ ਹਉਮੈ ਨਹੀਂ ਹੈਗੀ, ਅਹੰਕਾਰ ਨਹੀਂ ਹੈਗੀ ਪਿਆਰੂ, ਸਤਿਗੁਰੂ ਜੀ ਕਹਿੰਦੇ ਨੇ ਇਹ ਗੱਲ ਸੱਚੀ ਸਮਝ ਲੈ, ਉਸ ਮਨੁੱਖ ਨੇ ਹੀ ਮੁਕਤ ਹੈ। ਉਹ ਸਮਝ ਮੁਕਤ ਹੋ ਗਿਆ ਹੈ, ਉਹ ਮਾਇਆ ਵਾਲੇ ਪਾਸੇ ਤੋਂ ਮੁਕਤ ਹੋ ਗਿਆ। ਪੈ ਨਾਸਨ ਦੁਰਮਤ ਹਰਨ, ਕਲ ਮੈਂ ਹਰਿ ਕੋ ਨਾਮ। ਨਿਸ ਦਿਨ ਜੋ ਨਾਨਕ ਭਜੈ, ਸਫਲ ਹੋਏ ਤੇਹੀ ਕਾਮ। ਪਿਆਰੂ, ਇਹ ਕਲੇਸ਼ਾਂ ਭਰੇ ਸੰਸਾਰ ਵਿੱਚ ਪਰਮਾਤਮਾ ਦਾ ਨਾਮ ਹੀ ਸਾਰੀ ਡਰ ਨਾਸ ਕਰਨ ਵਾਲਾ ਹੈ, ਖੋਟੀ ਮਤ ਨੂੰ ਦੂਰ ਕਰਨ ਵਾਲਾ ਹੈ। ਇੱਕ ਪਰਮੇਸ਼ਰ ਦਾ ਨਾਮ ਪਿਆਰਿਓ ਸਾਡੀ ਖੋਟੀ ਮਤ ਨੂੰ, ਦੁਰਮਤ ਹੈ ਜਿਹੜੀ ਸਾਡੇ ਮਨ ਅੰਦਰ, ਉਹਨੂੰ ਖਤਮ ਕਰ ਸਕਦਾ ਹੈ ਪਰਮੇਸ਼ਰ ਦਾ ਨਾਮ, ਹੋਰ ਕੋਈ ਜ਼ਰੀਆ ਨਹੀਂ। ਨਿਸ ਦਿਨ ਜੋ ਨਾਨਕ ਭਜੈ, ਸਫਲ ਹੋਏ ਤੇ ਕਾਮ। ਨਿਸ ਦਿਨ ਤੋਂ ਭਾਵ ਹੁੰਦਾ ਪਿਆਰੂ ਜਿਹੜਾ ਹਰ ਵੇਲੇ ਪਰਮੇਸ਼ਰ ਦਾ ਨਾਮ ਜਪਦਾ। ਜਿਹੜਾ ਮਨੁੱਖ ਪ੍ਰਭੂ ਦਾ ਨਾਮ ਰਾਤ ਦਿਨ ਜਪਦਾ ਰਹਿੰਦਾ, ਉਸ ਦੇ ਸਾਰੇ ਕੰਮ ਨੇਪਰੇ ਚੜ੍ਹ ਜਾਂਦੇ ਨੇ, ਸਿਰੇ ਚੜ੍ਹ ਜਾਂਦੇ ਨੇ, ਉਸ ਦਾ ਕੰਮ ਕੋਈ ਵੀ ਅਧੂਰਾ ਨਹੀਂ ਰਹਿੰਦਾ। ਜਿਹੜਾ ਹਰ ਵੇਲੇ ਪਰਮੇਸ਼ਰ ਦਾ ਨਾਮ ਜਪਦਾ ਹੈ, ਜਪਦਿਆਂ ਢਿੱਲ ਨਹੀਂ ਕਦੇ ਹੋਣ ਦਿੰਦਾ। ਜੇ ਬਾਗੁਣ ਗੋਬਿੰਦ ਪਦਹੁ, ਕਰਨ ਸੁਨਹੁ ਹਰ ਨਾਮ। ਕਹੋ ਨਾਨਕ ਸੁਨ ਰੇ ਮਨਾ, ਪਰਹੇ ਨ ਜਮ ਕੇ ਧਾਮ। ਪਿਆਰੂ, ਜਿਹੜਾ ਆਪਣੀ ਜੀਭ ਦੇ ਨਾਲ ਪਰਮਾਤਮਾ ਦੇ ਗੁਣ ਦਾ ਜਾਪ ਕਰਦਾ ਹੈ, ਕਹਿੰਦੇ ਸਾਨੂੰ ਸਾਰਿਆਂ ਨੂੰ ਉਸ ਪਰਮੇਸ਼ਰ ਦੇ ਨਾਮ ਦਾ ਜਪਨ ਕਰਨਾ ਚਾਹੀਦਾ, ਕੰਨਾਂ ਦੇ ਨਾਲ ਪਰਮੇਸ਼ਰ ਦਾ ਨਾਮ ਸੁਣਨਾ ਚਾਹੀਦਾ। ਤੇ ਜਿਹੜਾ ਵੀ ਮਨੁੱਖ ਪਰਮਾਤਮਾ ਦਾ ਨਾਮ ਪਿਆਰੂ ਜਪਦਾ ਹੈ ਆਪਣੇ ਜੀਵਾ ਦੇ ਨਾਲ ਤੇ ਕੰਨਾਂ ਦੇ ਨਾਲ ਪਰਮੇਸ਼ਰ ਦਾ ਨਾਮ ਸੁਣਦਾ, ਕਿਉਂਕਿ ਸਾਨੂੰ ਜੀਵਾ ਦਿੱਤੀ ਪਰਮੇਸ਼ਰ ਦਾ ਨਾਮ ਜਪਣ ਵਾਸਤੇ, ਕੰਨ ਸਾਨੂੰ ਉਸ ਮਾਲਕ ਨੇ ਦਿੱਤੇ ਨੇ ਬਾਣੀ ਨੂੰ ਸਰਵਣ ਕਰਨ ਵਾਸਤੇ। ਤੇ ਜੇ ਕੋਈ ਆਪਣੇ ਜੀਵਾ ਨੂੰ ਪਿਆਰੂ ਰਸਾਂ ਕਸਾਂ ਵਿੱਚ ਲਾ ਦਿੰਦਾ ਹੈ, ਬਾਣੀ ਵਾਲੇ ਪਾਸੇ ਨਹੀਂ ਜੋੜਦਾ, ਇਸ ਦੇ ਨਾਲ ਜਪਨ ਨਹੀਂ ਕਰਦਾ, ਕਿਉਂਕਿ ਸਾਨੂੰ ਦਿੱਤੀ ਜਪਣ ਵਾਸਤੇ ਹੈ ਤੇ ਕੰਨ ਸਾਨੂੰ ਬਾਣੀ ਸਰਵਣ ਕਰਨ ਵਾਸਤੇ ਉਸ ਮਾਲਕ ਨੇ ਦਿੱਤੇ ਨੇ। ਪਰ ਅਸੀਂ ਕੀਤਾ ਕਿ ਜੀਵਾ ਨੂੰ ਰਸਾਂ ਕਸਾਂ ਦੇ ਵਿੱਚ ਲਾ ਦਿੱਤਾ, ਸਵਾਦਾਂ ਦੇ ਵਿੱਚ ਲਾ ਦਿੱਤਾ, ਤੇ ਜਿਹੜੇ ਕੰਨ ਨੇ ਇਸ ਨੂੰ ਵਖੀਲੀ, ਨਿੰਦਿਆ, ਦਵੈਸ਼ ਸੁਣਨ ਵਾਸਤੇ ਲਾ ਦਿੱਤਾ। ਹੁਣ ਸਤਿਗੁਰੂ ਜੀ ਕਹਿ ਰਹੇ ਨੇ ਵੀ ਜਿਹੜੀ ਜਿਹਵਾ ਗੁਣ ਗੋਬਿੰਦ ਭਜਹੁ, ਕਹਿੰਦੇ ਪਰਮੇਸ਼ਰ ਦੇ ਗੁਣ ਨੇ ਜਿਹੜੇ ਉਸ ਜਿਹਵਾ ਦੇ ਨਾਲ ਜਪਨ ਕਰਨੇ ਨੇ ਤੇ ਕੰਨਾਂ ਦੇ ਨਾਲ ਪਰਮੇਸ਼ਰ ਦਾ ਨਾਮ ਸੁਣਨਾ ਹੈ। ਕਹੋ ਨਾਨਕ ਸੁਨ ਰੇ ਮਨਾ, ਪਰਹੇ ਨ ਜਮ ਕੈ ਧਾਮ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਹੇ ਮਨ, ਜਿਹੜੇ ਮਨੁੱਖ ਨਾਮ ਜਪਦੇ ਹਨ ਉਹ ਜਮਾਂ ਦੇ ਵਸ ਨਹੀਂ ਪੈਂਦੇ ਪਿਆਰਿਓ। ਉਹਨਾਂ ਨੂੰ ਤੇ ਬੈਕੁੰਠ ਧਾਮ ਦੇ ਵਿੱਚ ਜਗ੍ਹਾ ਮਿਲ ਜਾਂਦੀ, ਉਹ ਜਮਾਂ ਦੇ ਵਸ ਕਦੇ ਨਹੀਂ ਪੈਂਦੇ। ਉਹਨਾਂ ਨੂੰ ਰੇ ਰੇ ਦਰਗੇ ਕਹੇ ਨਾ ਕੋਊ, ਆਓ ਬੈਠ ਆਦਰ ਸਭ ਦੇਊ। ਉਹਨਾਂ ਨੂੰ ਉਸੇ ਦਰਗਾਹ ਦੇ ਵਿੱਚ ਵੀ ਆਦਰ ਮਿਲਦਾ, ਇੱਥੇ ਜਗਤ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਆਦਰ ਮਿਲਦਾ ਹੈ। ਜੋ ਪ੍ਰਾਣੀ ਮਮਤਾ ਤਜੈ, ਲੋਭ ਮੋਹ ਅਹੰਕਾਰ। ਕਹੋ ਨਾਨਕ ਆਪਨ ਤਰੈ, ਔਰਨ ਲੇਤ ਉਧਾਰ। ਜਿਹੜਾ ਮਨੁੱਖ ਆਪਣੇ ਅੰਦਰੋਂ ਮਾਇਆ ਦੀ ਮਮਤਾ ਤਿਆਗਦਾ ਹੈ,
ਲੋਭ ਮੋਹ ਤੇ ਅਹੰਕਾਰ ਨੂੰ ਦੂਰ ਕਰ ਲੈਂਦਾ ਜੋ ਪ੍ਰਾਣੀ, ਮਮਤਾ ਤਜੈ ਲੋਭ ਮੋਹ ਅਹੰਕਾਰ ਤੋਂ ਦੂਰ ਰਹਿੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਉਸ ਦੇ ਵਾਸਤੇ, ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਉਹ ਆਪ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੇ ਹੋਰਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ। ਪਿਆਰੋ, ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹ ਆਪ ਵੀ ਡੁੱਬ ਜਾਂਦੇ ਨੇ ਤੇ ਨਾਲਦਿਆਂ ਨੂੰ ਵੀ ਡੋਬ ਲੈਂਦੇ ਨੇ, ਉਹਨਾਂ ਦੇ ਨਾਲ ਦੇ ਵੀ ਡੁੱਬ ਜਾਂਦੇ ਨੇ। ਕਿ ਕੋਈ ਸੰਗਤ ਜਿਹੜਾ ਕਰੇਗਾ, ਸੰਗਤ ਦੇ ਵਿੱਚ ਆਵੇਗਾ, ਪਿਆਰਿਓ ਉਸ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਹੋ ਜਾਵੇਗਾ। ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਦੀ ਸੰਗਤ ਕਰੇਗਾ, ਸੰਸਾਰ ਸਮੁੰਦਰ ਤੋਂ ਉਹ ਪਾਰ ਹੋ ਜਾਵੇਗਾ ਤੇ ਉਸ ਦੇ ਨਾਲ ਹੋਰ ਵੀ ਹੋਰਨਾਂ ਕਈਆਂ ਦਾ ਉਧਾਰ ਹੋ ਜਾਂਦਾ ਹੈ। ਜੋ ਸੁਪਨਾ ਅਰ ਪੇਖਨਾ ਐਸੇ ਜਗ ਕੋ ਜਾਦੂ, ਇਨਮੇ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਜਿਵੇਂ ਮਨੁੱਖ ਸੁੱਤਿਆਂ ਪਿਆ ਸੁਪਨਾ ਆਉਂਦਾ ਵੇਖਦਾ ਹੈ ਤੇ ਸੁਪਨੇ ਦੇ ਵਿੱਚ ਕਈ ਪਦਾਰਥ ਉਸ ਨੂੰ ਦਿਖਾਈ ਦਿੰਦੇ ਨੇ, ਜਦੋਂ ਅੱਖਾਂ ਖੋਲ੍ਹ ਕੇ ਵੇਖਦਾ, ਜਾਗ ਕੇ ਵੇਖਦਾ, ਉਹ ਕੁਝ ਵੀ ਨਹੀਂ ਹੁੰਦਾ। ਤੇ ਪਿਆਰਿਓ, ਇਸੇ ਤਰ੍ਹਾਂ ਹੀ ਇਹ ਸੰਸਾਰ ਵੀ ਇੱਕ ਸੁਪਨਾ ਹੈ। ਇਹ ਜੋ ਕੁਝ ਅਸੀਂ ਤੱਕਦੇ ਹਾਂ ਸਾਡਾ ਅੱਖਾਂ ਖੁੱਲ੍ਹੀਆਂ ਦਾ ਸੁਪਨਾ ਹੈ ਪਿਆਰਿਓ, ਤੇ ਜਦੋਂ ਸੰਸਾਰ ਤੋਂ ਅਲਵਿਦਾ ਹੋ ਜਾਣਾ ਸਾਡਾ ਇਹ ਸੁਪਨਾ ਖਤਮ ਹੋ ਜਾਣਾ। ਇੱਕ ਸੁਪਨਾ ਹੁੰਦਾ ਛੋਟਾ ਪਿਆਰਿਓ, ਇੱਕ ਮੌਤ ਹੁੰਦੀ ਛੋਟੀ ਤੇ ਇੱਕ ਹੁੰਦੀ ਹੈ ਵੱਡੀ। ਮੌਤ ਛੋਟੀ ਕਿਹੜੀ, ਜਦੋਂ ਅਸੀਂ ਸੌਂ ਜਾਂਦੇ ਹਾਂ ਮੁਰਦੇ ਸਮਾਨ ਹੀ ਹੋਇਆ ਕਰਦੀਆਂ ਪਿਆਰੂ, ਇਹ ਛੋਟੀ ਮੌਤ ਹੋਇਆ ਕਰਦੀ ਹੈ। ਇੱਕ ਉਹ ਮੌਤ ਹੈ ਜਦੋਂ ਸਦੀਵ ਕਾਲ ਵਾਸਤੇ ਇਸ ਜਗਤ ਨੂੰ ਛੱਡ ਕੇ ਚਲਿਆ ਜਾਣਾ ਹੈ। ਇਹ ਸੁਪਨਾ ਹੀ ਪਿਆਰਿਓ, ਇੱਕ ਸਾਡਾ ਅੱਖਾਂ ਖੁੱਲ੍ਹੀਆਂ ਦਾ ਸੁਪਨਾ ਹੈ, ਆਹ ਜਿਹੜਾ ਜਗਤ ਦੇ ਵਿੱਚ ਅਸੀਂ ਵੇਖ ਰਹੇ ਹਾਂ। ਤੇ ਇੱਕ ਸਾਡਾ ਜਦੋਂ ਅਸੀਂ ਸੌਂਦੇ ਹਾਂ ਅੱਖਾਂ ਬੰਦ ਕਰਕੇ ਸੁਪਨਾ ਵੇਖਦੇ ਹਾਂ। ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ, ਜਿਸ ਤਰ੍ਹਾਂ ਰਾਤ ਵੇਲੇ ਤੂੰ ਸੁਪਨਾ ਵੇਖਦਾ, ਇਸੇ ਤਰ੍ਹਾਂ ਹੀ ਜਗਤ ਨੂੰ ਸਮਝ, ਇਹਦੇ ਵਿੱਚ ਸੱਚਾਈ ਕੁਝ ਨਹੀਂ ਆ। ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਇਹ ਗੱਲ ਆਪਣੇ ਮਨ ਅੰਦਰ ਦ੍ਰਿੜ ਕਰ ਲੈ ਕਿ ਇਹਦੇ ਵਿੱਚ ਸੱਚ ਕੁਝ ਵੀ ਨਹੀਂ ਆ। ਜਗਤ ਦੇ ਵਿੱਚ ਜੋ ਕੁਝ ਵੀ ਸਾਨੂੰ ਦਿਖਦਾ ਹੈ, ਜੋ ਪਦਾਰਥ ਸਾਨੂੰ ਦਿਸਦੇ ਨੇ, ਇਹ ਸਾਡਾ ਸਾਥ ਨਿਭਾਉਣ ਵਾਲੇ ਨਹੀਂ ਆ ਪਿਆਰੂ। ਇਹ ਸਾਰਾ ਝੂਠ ਦਾ ਹੀ ਪਲੰਦਾ ਹੈ। ਦਿਖਾਈ ਤੇ ਇਵੇਂ ਦਿੰਦਾ ਹੈ ਕਿ ਸੱਚ ਹੈ, ਸੱਚ ਦਿਖਾਈ ਦਿੰਦਾ ਹੈ ਪਰ ਹੈ ਸੱਚ ਨਹੀਂ। ਇਹ ਜਗ ਧੂਵੇ ਕਾ ਪਹਾੜ ਤਾਂ ਸਾਚਾ ਮਾਨਿਓ ਹਿਰਦ ਵਿਚਾਰ। ਕਹਿੰਦੇ ਤੂੰ ਇਸ ਨੂੰ ਸੱਚਾ ਮੰਨ ਲਿਆ ਪਿਆਰਿਓ। ਕੋਈ ਪ੍ਰੇਮੀ ਜਦੋਂ ਕਿ ਸਹਿਜ ਪਾਠ ਕਰਿਆ ਕਰਦਾ ਸੀ, ਬਹੁਤ ਸਾਰੀਆਂ ਰੂਹਾਂ ਪਿਆਰਿਓ ਆਪਣੀ ਜ਼ਿੰਦਗੀ ਦੇ ਵਿੱਚ ਸਹਿਜ ਪਾਠ ਆਸਤੇ ਆਸਤੇ ਕਰਕੇ ਬਾਣੀ ਨੂੰ ਪੜ੍ਹ ਕੇ ਕਰਦੇ ਹਨ। ਉਸ ਵੀਰ ਨੇ ਜਦੋਂ ਇਸ ਗੱਲ 'ਤੇ ਆਇਆ ਕਰਨਾ, ਇਹ ਸ਼ਬਦ 'ਤੇ ਪਹੁੰਚਿਆ ਕਰਨਾ, ਇਹ ਜਗ ਧੂਵੇਂ ਕਾ ਪਹਾੜ ਤੈ ਸਾਚਾ ਮਾਨਿਓ ਰਿਦ ਵਿਚਾਰ। ਕਹਿੰਦੇ ਦਿਖਾਈ ਤੇ ਸਾਰਾ ਕੁਝ ਦਿੰਦਾ ਹੈ, ਇਹ ਸੁਪਨਾ ਕਿਵੇਂ ਹੋਇਆ। ਨਾਲ ਦੇ ਇੱਕ ਦੋਸਤ ਦੇ ਨਾਲ, ਇੱਕ ਵੀਰ ਦੇ ਨਾਲ ਗੱਲ ਕਰਿਆ ਕਰਦਾ ਸੀ ਕਿ ਇਹ ਜਗਤ ਤਾਂ ਦਿਖਾਈ ਦਿੰਦਾ ਹੈ, ਇਹ ਸੁਪਨਾ ਕਿਵੇਂ ਹੋਇਆ। ਸੁਪਨਾ ਤੇ ਉਹ ਹੈ ਜੋ ਅਸੀਂ ਰਾਤ ਨੂੰ ਸੌਂ ਕਰਕੇ ਵੇਖਦੇ ਹਾਂ। ਇਹ ਤੇ ਸਾਰਾ ਕੁਝ ਦਿਖਾਈ ਦਿੰਦਾ ਹੈ, ਪ੍ਰਤੱਖ ਰੂਪ ਵਿੱਚ ਹੈ। ਕਹਿੰਦੇ ਕਿਸੇ ਦੀ ਮੌਤ ਹੋ ਗਈ ਤੇ ਉਸ ਵੀਰ ਨੂੰ ਜਾਣ ਦਾ ਸੁਭਾਗ ਪ੍ਰਾਪਤ, ਉਹ ਨਾਲ ਗਿਆ, ਜਿਵੇਂ ਬੋਡੀ ਦੇ ਨਾਲ ਜਾਂਦੇ ਸੁਭਾਗ ਲੱਭਦੇ ਨਹੀਂ ਪਿਆਰਿਓ। ਜਦੋਂ ਕੋਈ ਮਨੁੱਖ ਕਿਸੇ ਦੇ ਨਾਲ ਮੌਤ ਹੁੰਦੀ ਹੈ ਤੇ ਜਾਂਦਾ ਹੈ, ਦੁੱਖ ਦੇ ਸਮੇਂ ਦੇ ਵਿੱਚ ਜਦੋਂ ਕੋਈ ਜਾਂਦਾ ਹੈ, ਸੁਭਾਗ ਸਮਾਂ ਮੂੰਹ ਤੋਂ ਨਿਕਲ ਗਿਆ। ਜਦੋਂ ਦੁੱਖ ਦੇ ਸਮੇਂ ਦੇ ਵਿੱਚ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਮਨੁੱਖ ਨਾਲ ਜਾਂਦੇ ਹਨ। ਉਹ ਵੀਰ ਵੀ ਜਿਸ ਵੇਲੇ ਗਿਆ ਤੇ ਜਦੋਂ ਸੰਸਕਾਰ ਹੋਇਆ ਤੇ ਦੂਸਰੇ ਮਿੱਤਰ ਨੇ ਮੋਢੇ 'ਤੇ ਹੱਥ ਮਾਰ ਕੇ ਆਖਿਆ, ਵੀਰ ਆਓ ਵੇਖ, ਜਿਹੜੀ ਤੂੰ ਬਾਣੀ ਦੀ ਪੰਕਤੀ ਪੜ੍ਹਿਆ ਕਰਦਾ ਨਾ, ਇਹ ਜਗ ਧੂਵੇਂ ਕਾ ਪਹਾੜ। ਆਓ ਵੇਖ ਚਿਮਨੀ ਦੇ ਵਿੱਚ ਧੂੰਆਂ ਨਿਕਲਦਾ ਜਾ ਰਿਹਾ। ਇਸੇ ਤਰ੍ਹਾਂ ਹੀ ਕਹਿੰਦੇ ਇਹ ਜਗਤ ਧੂਏ ਵਾਂਗ ਹੈ। ਇਨਮੇ ਕਾ ਸਾਚੋ ਨਹੀਂ ਨਾਨਕ ਬਿਨ ਭਗਵਾਨ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸੱਚ ਕੁਝ ਵੀ ਨਹੀਂ ਆ ਪਿਆਰਿਓ। ਇਹ ਸਾਰਾ ਕੁਝ ਝੂਠ ਦਾ ਪਲੰਦਾ ਹੈ।
ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਦੇਹ ਚੀਤ। ਪਿਆਰਿਓ, ਮਾਇਆ ਇਕੱਠੀ ਕਰਨ ਦੀ ਖਾਤਰ ਮਨੁੱਖ ਸਦਾ ਦਿਨ ਰਾਤ ਭਟਕਦਾ ਫਿਰਦਾ ਰਹਿੰਦਾ ਹੈ। ਰਾਤ ਦਿਨ ਡੋਲਣ ਤੋਂ ਭਾਵ ਭਟਕਦਾ ਫਿਰਦਾ, ਥਾਂ ਬਰਥਾਂ ਭਟਕਦਾ ਫਿਰਦਾ ਵੀ ਕਿਧਰੀ ਮਾਇਆ ਆ ਜਾਵੇ। ਨਿਸ ਦਿਨ ਤੋਂ ਭਾਵ ਹੁੰਦਾ ਦਿਨ ਰਾਤੀ, ਹਰ ਵੇਲੇ ਨਿਸ ਦਿਨ ਤੇ ਪਰਮੇਸ਼ਰ ਦਾ ਸਿਮਰਨ ਕਰਨਾ ਸੀ, ਦਿਨ ਰਾਤੀ ਤੇ ਉਸ ਮਾਲਕ ਦਾ ਆਰਾਧਨ ਕਰਨਾ ਸੀ। ਪਰ ਹੋਇਆ ਕਿ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ, ਹਰ ਵੇਲੇ ਹੀ ਮਨੁੱਖ ਮਾਇਆ ਵਾਲੇ ਪਾਸੇ ਭਟਕਦਾ ਰਹਿੰਦਾ ਹੈ। ਕੋਟਨ ਮੈਂ ਨਾਨਕ ਕੋ ਨਾਰਾਇਣ ਦੇਹ ਚੀਤ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਇਹ ਨਹੀਂ ਕਿ ਹੈ ਨਹੀਂ, ਕਰੋੜਾਂ ਬੰਦਿਆਂ ਵਿੱਚੋਂ ਕੋਈ ਵਿਹਲਾ ਅਜਿਹਾ ਹੁੰਦਾ ਹੈ ਜਿਸ ਦੇ ਮਨ ਦੇ ਵਿੱਚ ਪਰਮਾਤਮਾ ਦੀ ਜਾਤ ਟਿਕੀ ਹੁੰਦੀ ਹੈ। ਹੈਨ ਵਿਰਲੇ ਨਾਹੀ ਘਨੇ ਫੈਲ ਫਕੜ ਸੰਸਾਰ। ਪਿਆਰੂ, ਵਿਰਲੇ ਹੈਨ ਜਿਨ੍ਹਾਂ ਦੇ ਪਰਮੇਸ਼ਰ ਹਿਰਦੇ ਵਿੱਚ ਵਸਿਆ ਰਹਿੰਦਾ ਹੈ। ਉਹ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੁੰਦਾ। ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨ ਸੈ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਕਹਿੰਦੇ ਪਿਆਰਿਓ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਪਾਣੀ ਦੇ ਉੱਤੇ ਬੁਦਬੁਦੇ ਬਣਦੇ ਨੇ ਤੇ ਨਾਲ ਦੀ ਨਾਲ ਹੀ ਉਹ ਮਿਟਦੇ ਜਾਂਦੇ ਨੇ। ਬੁਲਬੁਲੇ ਬਣਦੇ ਨੇ, ਮਿਟਦੇ ਜਾਂਦੇ ਨੇ। ਕਹਿੰਦੇ ਇਸੇ ਤਰ੍ਹਾਂ ਹੀ ਇਹ ਜਗਤ ਦੀ ਖੇਡ ਹੈ। ਜਿਵੇਂ ਪਾਣੀ ਤੋਂ ਬੁਲਬੁਲਾ ਪੈਦਾ ਹੁੰਦਾ, ਫਿਰ ਨਾਸ ਹੁੰਦਾ ਹੈ, ਫਿਰ ਪੈਦਾ ਹੁੰਦਾ, ਫਿਰ ਨਾਸ ਹੁੰਦਾ। ਤੇ ਸਤਿਗੁਰਾਂ ਦੀ ਮੁਬਾਰਕ ਬਚਨ ਹਨ, ਜਮ ਜਮ ਮਰੈ ਮਰੈ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੈ, ਜਿਤ ਕੀਤਾ ਜਿਨ ਕੀਤਾ ਤਿਸੇ ਨਾ ਜਾਣੀ, ਅੰਧਾ ਤਾਂ ਦੁੱਖ ਸਹੇ ਪੁਰਾਣੀਆਂ। ਜਿਸ ਪਰਮੇਸ਼ਰ ਨੇ ਪੈਦਾ ਕੀਤਾ ਉਸ ਨੂੰ ਨਾ ਜਾਣਨ ਕਰਕੇ ਮਨੁੱਖ ਦੁੱਖ ਚੱਲਦਾ ਹੈ। ਕਹਿੰਦੇ ਜੈਸੀ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਕਹਿੰਦੇ ਇਹ ਜਗ ਦੀ ਰਚਨਾ ਵੀ ਇਸੇ ਤਰ੍ਹਾਂ ਹੀ ਆ, ਇਹ ਖੇਡ ਇਸੇ ਤਰ੍ਹਾਂ ਹੀ ਬਣਾਈ ਹੋਈ ਆ। ਮਨੁੱਖ ਆਉਂਦੇ ਹਨ, ਚਲੇ ਜਾਂਦੇ ਹਨ, ਨਵੇਂ ਫਿਰ ਆਉਂਦੇ ਨੇ, ਉਹ ਚਲੇ ਜਾਂਦੇ ਨੇ। ਜਿਵੇਂ ਪਿਆਰਿਓ ਰੁੱਖ ਦੇ ਉੱਤੇ ਕਰੂੰਬਲੀਆਂ ਆਉਂਦੀਆਂ ਨੇ, ਪੱਤੇ ਬਣਦੇ ਨੇ, ਪੱਤੇ ਝੜ ਜਾਂਦੇ ਨੇ, ਫਿਰ ਨਵੇਂ ਪੱਤੇ ਆ ਜਾਂਦੇ ਨੇ। ਇਸੇ ਤਰ੍ਹਾਂ ਹੀ ਇਹ ਸੰਸਾਰ ਦੀ ਖੇਡ ਹੈ, ਇਹ ਉਸ ਮਾਲਿਕ ਦੀ ਖੇਤੀ ਹੈ ਪਿਆਰਿਓ। ਪ੍ਰਾਨੀ ਕਛੂ ਨ ਚੇਤਏ ਮਦ ਮਾਇਆ ਕੈ ਆਂਦ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ। ਪਰ ਮਾਇਆ ਦੇ ਨਸ਼ੇ ਵਿੱਚ ਆਤਮਿਕ ਜੀਵਨ ਵੱਲੋਂ ਅੰਨਾ ਹੋਇਆ ਮਨੁੱਖ ਆਤਮਿਕ ਜੀਵਨ ਬਾਰੇ ਕੁਝ ਨਹੀਂ ਸੋਚਦਾ। ਆਤਮਿਕ ਜੀਵਨ ਬਾਰੇ ਕਿਵੇਂ ਸੋਚੇਗਾ? ਮਾਇਆ ਵਾਲੇ ਪਾਸੇ ਤੋਂ ਧਿਆਨ ਹਟੇ ਤਾਂ ਹੀ ਆਤਮਿਕ ਮੰਡਲ ਵੱਲ ਉਡਾਰੀਆਂ ਮਾਰੇਗਾ। ਆਤਮਿਕ ਮੰਡਲ ਦੀਆਂ ਉਡਾਰੀਆਂ ਉਦੋਂ ਵੱਜਦੀਆਂ ਨੇ ਜਦੋਂ ਪਰਮੇਸ਼ਰ ਵਾਲੇ ਪਾਸੇ ਲੱਗ ਜਾਵਾਂਗੇ। ਜਦੋਂ ਪਿਆਰਿਓ ਮਾਇਆ ਦਾ ਪ੍ਰਭਾਵ ਸਾਡੇ ਉੱਤੇ ਨਾ ਹੋਵੇਗਾ, ਜਿਤਨੀ ਦੇਰ ਤੱਕ ਮਾਇਆ ਦਾ ਪ੍ਰਭਾਵ ਹੈ, ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਈ ਬੋਰੋਲ ਕਚੋਲਾ। ਮਾਇਆ ਦੇ ਨਸ਼ੇ ਦੇ ਵਿੱਚ ਬੋਲ ਨਾ ਜਾਣੇ, ਮਾਇਆ ਮਦ ਮਾਤਾ ਮਰਨਾ ਚਿਤ ਨਾ ਆਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਮਾਇਆ ਦੇ ਵਿੱਚ ਮਨੁੱਖ ਇਤਨਾ ਮਸਤ ਹੋ ਜਾਂਦਾ, ਉਹਨੂੰ ਤੇ ਮਰਨਾ ਵੀ ਭੁੱਲ ਜਾਂਦਾ, ਉਹਨੂੰ ਬੋਲਣਾ ਵੀ ਭੁੱਲ ਜਾਂਦਾ ਹੈ। ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ। ਸਤਿਗੁਰੂ ਜੀ ਕਹਿੰਦੇ ਨੇ, ਪਰਮਾਤਮਾ ਦੇ ਭਜਨ ਤੋਂ ਬਿਨਾਂ ਅਜਿਹੇ ਮਨੁੱਖਾਂ ਨੂੰ ਜਮਾਂ ਦੀਆਂ ਫਾਹੀਆਂ ਰਹਿੰਦੀਆਂ ਨੇ। ਜਮਾਂ ਦੀਆਂ ਫਾਹੀਆਂ ਵਾਰ-ਵਾਰ ਪੈਂਦੀਆਂ ਰਹਿੰਦੀਆਂ ਨੇ, ਕਿਉਂਕਿ ਵਾਰ-ਵਾਰ ਜੰਮਦੇ ਮਰਦੇ ਰਹਿੰਦੇ ਨੇ। ਮੁਕਤ ਤਾਂ ਹੁੰਦੇ ਕੋਈ ਨਹੀਂ। ਮੁਕਤ ਤੇ ਹੋਣਾ ਸੀ ਪਰਮੇਸ਼ਰ ਦਾ ਨਾਮ ਜਪ ਕੇ, ਪਰਮੇਸ਼ਰ ਦਾ ਨਾਮ ਜਪਿਆ ਕੋਈ ਨਹੀਂ, ਤੇ ਫਿਰ ਮੁਕਤ ਕਿਵੇਂ ਹੋਵੇਗਾ? ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹ ਕਹੋ ਨਾਨਕ ਸੁਨ ਰੇ ਮਨਾ
ਦੁਰਲਭ ਮਾਨੁਖ ਦੇਹੀ। ਜੋ ਸੁਖ ਕੋ ਚਾਹੀ ਸਦਾ। ਜੇ ਮਨੁੱਖ ਆਤਮਿਕ ਆਨੰਦ ਹਾਸਲ ਕਰਨਾ ਚਾਹੁੰਦਾ ਹੈ, ਜੋ ਵੀ ਉਸ ਨੂੰ ਚਾਹੁੰਦਾ ਹੈ ਪਿਆਰੂ, ਆਨੰਦ ਲੈਣਾ ਚਾਹੁੰਦਾ ਹੈ, ਉਸ ਨੂੰ ਚਾਹੀਦਾ ਪਰਮੇਸ਼ਰ ਦੀ ਸ਼ਰਨ ਪਿਆਰੀ। ਜੋ ਸੁਖ ਕੋ ਚਾਹੀ ਸਦਾ, ਸ਼ਰਨ ਰਾਮ ਕੀ ਲੀ। ਉਹ ਪਰਮੇਸ਼ਰ ਦੀ ਚਰਨ ਸ਼ਰਨ ਦੇ ਵਿੱਚ ਆਵੇ। ਸਗਲ ਦਵਾਰ ਕੋ ਛੱਡ ਕੇ ਗਇਓ ਤੁਹਾਰੂ ਦਵਾਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਉਹ ਪ੍ਰਭੂ ਦੇ ਚਰਨ ਸ਼ਰਨ ਦੇ ਵਿੱਚ ਪਿਆਰ ਹੀ ਪਿਆਰੂ ਢਹਿ ਪਵੇ। ਇਹ ਗੱਲ ਆਖੀ, ਵਾਹਿਗੁਰੂ ਜੀ ਮੈਂ ਤੇਰੇ ਦਰ ਤੇ ਢਹਿ ਪਿਆ, ਮੇਰੇ ਤੇ ਬਖਸ਼ਿਸ਼ ਕਰੋ, ਰਹਿਮਤ ਕਰੋ। ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇ। ਇਹ ਕਹਿੰਦੇ ਮਨੁੱਖਾ ਜਨਮ ਤੈਨੂੰ ਬੜਾ ਅਮੋਲਕ ਮਿਲਿਆ। ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਮਿਲਦਾ ਹੈ। ਇਸ ਨੂੰ ਮਾਇਆ ਦੀ ਖਾਤਰ ਭਟਕਣਾ ਵਿੱਚ ਨਹੀਂ ਰੋਲਣਾ ਚਾਹੀਦਾ। ਤੇ ਮਨੁੱਖ ਇਵੇਂ ਰੋਲਦਾ ਹੈ ਪਿਆਰੂ, ਮਾਇਆ ਦੀ ਖਾਤਰ। ਇਹ ਮਨੁੱਖਾ ਜਨਮ ਨੂੰ ਇਸੇ ਤਰ੍ਹਾਂ ਅਜ਼ਾਈ ਗਵਾਈ ਜਾ ਰਿਹਾ ਹੈ। ਰਹਿਣ ਗਵਾਈ ਸੋਇ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਮਾਇਆ ਕਾਰਨ ਤਾ ਵਹੀ, ਮੂਰਖ ਲੋਗ ਆਦਾਨ। ਕਹੋ ਨਾਨਕ ਬਿਨ ਹਰ ਭਜਨ, ਬਿਰਥਾ ਜਨਮ ਸਰਾਨ। ਮੂਰਖ ਬੇਸਮਝ ਬੰਦੇ ਨਿਰੀ ਮਾਇਆ ਦੇ ਮਗਰ, ਮਾਇਆ ਇਕੱਠੀ ਕਰਨ ਵਾਸਤੇ ਭਟਕਦੇ ਰਹਿੰਦੇ ਨੇ। ਪਿਆਰਿਓ, ਸਾਰੇ ਅਸੀਂ ਮੂਰਖਾਂ ਦੀ ਗਿਣਤੀ ਦੇ ਵਿੱਚ ਹੀ ਆ ਜਾਂਦੇ ਹਾਂ। ਜਿਹੜੀ ਦੌੜ ਭੱਜ ਕਰਦੇ ਹਾਂ, ਮਾਇਆ ਦੀ ਕਾਰਨ ਹੀ ਕਰਦੇ ਹਾਂ। ਬੇਸਮਝ ਮੂਰਖ, ਨਿਰੀ ਮਾਇਆ ਹੀ ਇਕੱਠੀ ਕਰਨੀ ਜ਼ਿੰਦਗੀ ਦਾ ਮਕਸਦ ਨਹੀਂ। ਪਿਆਰਿਓ, ਜ਼ਿੰਦਗੀ ਦਾ ਮਕਸਦ ਤੇ ਸਾਡਾ ਕੁਝ ਹੋਰ ਸੀ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਪਕੜੇ, ਸਭ ਮੁੱਕਦੀ ਚੱਲੀ ਰਹਿਣ। ਤੇਰੀ ਉਮਰ ਮੁੱਕਦੇ ਜਾ ਰਹੀ ਹੈ। ਤੇਰਾ ਮਕਸਦ ਇਹ ਨਹੀਂ ਸੀ ਕਿ ਕੇਵਲ ਮਾਇਆ ਹੀ ਇਕੱਠੀ ਕਰਨੀ ਹੈ। ਪਰ ਇਤਨਾ ਮਨੁੱਖ ਅੰਨਾ ਹੋ ਜਾਂਦਾ, ਉਹਨੂੰ ਪਤਾ ਕੋਈ ਨਹੀਂ ਲੱਗਦਾ। ਕਹੋ ਨਾਨਕ ਬਿਨ ਹਰ ਭਜਨ, ਬਿਰਥਾ ਜਨਮ ਸਿਰਾਨ। ਪਰਮਾਤਮਾ ਦੇ ਭਜਨ ਤੋਂ ਬਿਨਾਂ ਉਹਨਾਂ ਦਾ, ਮਨੁੱਖਾਂ ਦਾ ਜਨਮ ਅਜਾਈਂ ਬੀਤ ਜਾਂਦਾ ਹੈ। ਪਿਆਰਿਓ, ਉਹ ਗੁਜ਼ਰ ਜਾਂਦਾ ਹੈ। ਜਿਹੜੇ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ, ਅਜਾਈਂ ਹੀ ਮਨੁੱਖ ਇਸੇ ਤਰ੍ਹਾਂ ਹੀ ਚਲਿਆ ਜਾਂਦਾ। ਜਿਉਂ ਆਇਆ ਤਿਉਂ ਜਾਵੇਂ ਬੋਰੇ, ਜਿਉਂ ਜਨਮੇ ਤਿਉਂ ਮਰਨ ਪਿਆ। ਜੋ ਪ੍ਰਾਨੀ ਨਿਸ ਦਿਨ ਭਜੈ, ਰੂਪ ਰਾਮ ਤੇ ਜਾਨ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਜਿਹੜਾ ਪ੍ਰਾਣੀ, ਜਿਹੜਾ ਮਨੁੱਖ ਰਾਤ ਦਿਨ ਹਰ ਵੇਲੇ ਪਰਮੇਸ਼ਰ ਦਾ ਨਾਮ ਜਪਦਾ ਰਹਿੰਦਾ, ਪਿਆਰਿਓ, ਉਸ ਨੂੰ ਪਰਮੇਸ਼ਰ ਦਾ ਰੂਪ ਹੀ ਸਮਝੋ। ਜਿਹਦੇ ਹਿਰਦੇ ਘਟ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ, ਉਹ ਪਰਮੇਸ਼ਰ ਦਾ ਹੀ ਰੂਪ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਬਣੀਏ। ਗੁਰਬਾਣੀ ਕਿਵੇਂ ਬਣਿਆ ਜਾਵੇਗਾ? ਗੁਰਬਾਣੀ ਨੂੰ ਪੜ੍ਹ ਕੇ, ਗੁਰਬਾਣੀ ਨੂੰ ਜਪ ਕੇ ਉਹ ਉਸੇ ਦਾ ਹੀ ਸਰੂਪ ਹੋ ਜਾਂਦੇ ਨੇ, ਉਸ ਮਾਲਕ ਦਾ ਸਰੂਪ ਹੋ ਜਾਂਦੇ ਨੇ। ਇਤਨਾ ਜਪਨ ਕਰਦੇ ਨੇ, ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਜਾਨ। ਇਹ ਨਾਨਕ, ਇਹ ਗੱਲ ਸੱਚੀ ਮੰਨੋ। ਇਹ ਪ੍ਰਮਾਤਮਾ ਦੀ ਭਗਤ ਅਤੇ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਛ ਨਾਹੀ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਈ। ਪਰਮੇਸ਼ਰ ਦੇ ਪਿਆਰਿਆਂ ਦੇ ਵਿੱਚ ਭਗਤ ਰਵਿਦਾਸ ਜੀ ਵੀ ਇਹ ਗੱਲ ਆਖਦੇ ਨੇ ਨਾ, ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ। ਜੋ ਨਾ ਹਉ ਮੈਂ ਪਾਪ ਕਰੰਤਾ, ਅਹੈ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਤੁਮ ਜੋ ਨਾਇਕ ਆਸ਼ੋ ਅੰਤਰ ਜਾਮੀ, ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ। ਪਿਆਰਿਓ, ਉਹੀਓ ਇਹ ਗੱਲ ਕਹਿ ਸਕਦਾ ਜਿਹੜਾ ਪਰਮੇਸ਼ਰ ਦੇ ਨਾਲ ਇਕਮਿਕ ਹੋਵੇਗਾ। ਦੂਸਰਾ ਨਹੀਂ ਕਹਿ ਸਕਦਾ ਇਹ ਗੱਲ ਕਿ ਪਰਮੇਸ਼ਰ ਤੇਰੇ ਵਿੱਚ ਤੇ ਮੇਰੇ ਵਿੱਚ ਕੀ ਫਰਕ ਹੈ। ਇਤਨਾ ਕੁ ਫਰਕ ਹੈ ਕਿ ਜਿਵੇਂ ਇੱਕ ਸੋਨੇ ਦੀ ਡਲੀ ਹੋਵੇ ਤੇ ਸੋਨੇ ਦੇ ਗਹਿਣੇ, ਉਹ ਵੀ ਸੋਨੇ ਦੇ ਗਹਿਣੇ ਨੇ, ਡਲੀ ਵੀ ਸੋਨਾ ਹੈ।
ਇੰਨਾ ਕਿਉਂ ਫਰਕ ਹੈ ਨਾ ਕਣਕ ਕਟਕ ਜਲ ਤਰੰਗ ਜੈਸਾ। ਜਿਵੇਂ ਜਲ ਹੈ ਤੇ ਜਲ ਦੀਆਂ ਤਰੰਗਾਂ ਜਿਹੜੀਆਂ ਉੱਠਦੀਆਂ ਨੇ ਉਹ ਜਲ ਦਾ ਹੀ ਰੂਪ ਹੋਇਆ ਕਰਦੀਆਂ ਨੇ। ਪਰਮੇਸ਼ਰ ਦੇ ਪਿਆਰੇ ਜਿਹੜੇ ਨੇ ਪਿਆਰਿਓ ਉਹ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਨੇ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ। ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ। ਮਾਇਆ ਦੇ ਵਿੱਚ ਮਨੁੱਖ ਇਵੇਂ ਫਸ ਜਾਂਦਾ ਪਿਆਰਿਓ ਜਿਵੇਂ ਮਕੜੀ ਆਪਣਾ ਜਾਲਾ ਬਣਾ ਕੇ ਆਪੇ ਫਸ ਜਾਂਦੀ। ਐਸਾ ਮੋਹ ਵਿੱਚ ਮਨੁੱਖ ਫਸ ਜਾਂਦਾ ਤੇ ਪਰਮੇਸ਼ਰ ਦਾ ਨਾਮ ਬਿਲਕੁਲ ਹੀ ਭੁੱਲ ਜਾਂਦਾ ਹੈ। ਉਸ ਨੂੰ ਪਰਮੇਸ਼ਰ ਦਾ ਨਾਮ ਯਾਦ ਹੀ ਨਹੀਂ ਰਹਿੰਦਾ। ਐਸਾ ਫਸ ਜਾਂਦਾ ਹੈ ਆਪਣਾ ਜੜਾ ਜਾਲ ਬਣਾ ਕੇ ਆਪੇ ਹੀ ਵਿੱਚ ਫਸ ਜਾਂਦਾ ਹੈ। ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਦੱਸੋ ਪਰਮਾਤਮਾ ਦੇ ਭਜਨ ਤੋਂ ਬਿਨਾਂ ਉਸ ਦਾ ਜਿਉਣਾ ਕਿਸ ਕੰਮ ਦਾ ਹੈ। ਉਹ ਤੇ ਪਿਆਰਿਓ ਨਿਕੰਮਾ ਹੈ ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਨਾਮ ਨ ਜਪੇ ਤੇ ਆਤਮ ਘਾਤੀ। ਪ੍ਰਾਨੀ ਰਾਮ ਨਾ ਚੇਤਏ ਮਦ ਮਾਇਆ ਕੈ ਆਉਂਦ। ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫਾਂਦ। ਮਾਇਆ ਦੇ ਮੋਹ ਵਿੱਚ ਫਸ ਕੇ ਆਤਮਿਕ ਜੀਵਨ ਵੱਲੋਂ ਮਨੁੱਖ ਅੰਨਾ ਹੋਇਆ ਜਿਹੜਾ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਪਿਆਰੂ। ਪ੍ਰਾਣੀ ਰਾਮ ਨ ਚੇਤਈ ਮਦ ਮਾਇਆ ਕੀ ਅੰਧ। ਮਾਇਆ ਦੇ ਨਸ਼ੇ ਦੇ ਵਿੱਚ ਪਰਮੇਸ਼ਰ ਨੂੰ ਜਿਸ ਨੇ ਵਿਸਾਰ ਦਿੱਤਾ ਅੰਨਾ ਹੋਇਆ ਪਿਆ ਹੈ, ਕਦੇ ਵੀ ਪਰਮੇਸ਼ਰ ਨੂੰ ਸਿਮਰਦਾ ਨਹੀਂ। ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫਾਂਦ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਪਰਮਾਤਮਾ ਦੇ ਭਜਨ ਤੋਂ ਬਿਨਾਂ ਉਸ ਨੂੰ ਗਲ ਦੇ ਵਿੱਚ ਜਮਾਂ ਦੀਆਂ ਫਾਹੀਆਂ ਪੈਂਦੀਆਂ ਰਹਿਣਗੀਆਂ। ਜਮਾਂ ਦੀਆਂ ਫਾਹੀਆਂ ਤੋਂ ਉਹ ਬਚ ਨਹੀਂ ਸਕੇਗਾ। ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ। ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਪਿਆਰਿਓ ਇਹ ਤੁਸੀਂ ਝਾਤੀ ਮਾਰ ਕੇ ਆਪ ਹੀ ਵੇਖ ਸਕਦੇ ਹੋ। ਜਦੋਂ ਕਿਸੇ ਦੇ ਕੋਲ ਸੁੱਖ ਹੋਵੇ ਤੇ ਸਾਰੇ ਤੁਹਾਡੇ ਸਾਥੀ ਬਣ ਜਾਂਦੇ ਨੇ। ਜਦੋਂ ਦੁੱਖ ਦਾ ਸਮਾਂ ਹੁੰਦਾ ਪਿਆਰਿਓ ਗੱਲਾਂ ਦੇ ਨਾਲ ਤੇ ਕਹਿਣਗੇ ਅਸੀਂ ਤੁਹਾਡੇ ਨਾਲ ਹਾਂ, ਪਰ ਨਾਲ ਕੋਈ ਨਹੀਂ ਹੁੰਦਾ। ਵਾਸਤਵ ਦੇ ਵਿੱਚ ਦੁੱਖ ਵੇਲੇ ਕੋਈ ਨਹੀਂ ਹੁੰਦਾ ਪਿਆਰਿਓ। ਦੁੱਖ ਵੇਲੇ ਤੇ ਪਰਮੇਸ਼ਰ ਦਾ ਨਾਮ ਹੀ ਸਾਥ ਦਿੰਦਾ। ਸੁਖ ਮੈਂ ਬਹੁ ਸੰਗੀ ਪਏ। ਸੁਖ ਦੇ ਵੇਲੇ ਸਾਰੇ ਸੰਗੀ ਸਾਥੀ ਬਣ ਜਾਂਦੇ ਨੇ। ਆ ਕਰਕੇ ਇਹੋ ਗੱਲ ਕਹਿੰਦੇ ਨੇ ਕਿ ਅਸੀਂ ਤੁਹਾਡੇ ਹਾਂ, ਪਰ ਜਦੋਂ ਦੁੱਖ ਆਉਂਦਾ ਸਾਰੇ ਸਾਥ ਛੱਡ ਕੇ ਪਾਸੇ ਹੋ ਜਾਂਦੇ ਨੇ। ਕੋਈ ਵੀ ਦੁੱਖ ਦੇ ਵਿੱਚ ਸਾਥ ਨਹੀਂ ਦਿੰਦਾ। ਕਹਿੰਦੇ ਮੈਂ ਤੇਰਾ ਸਾਥੀ ਨਹੀਂ ਬਣ ਸਕਦਾ। ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਨੇ ਉਸ ਪਰਮੇਸ਼ਰ ਦਾ ਸਿਮਰਨ ਕਰਨ, ਭਜਨ ਕਰਿਆ ਕਰ। ਪਰਮਾਤਮਾ ਦਾ ਅੰਤ ਸਮੇਂ ਮਦਦਗਾਰ ਬਣਦਾ ਪਿਆਰਿਓ। ਨਾਮ ਹੀ ਮਦਦਗਾਰ ਬਣੇਗਾ। ਅਖੀਰ ਵੇਲੇ ਜਦੋਂ ਤੁਹਾਡਾ ਕੋਈ ਵੀ ਸਾਥੀ ਨਹੀਂ, ਇਹ ਤੇ ਜਗਤ ਵਿੱਚ ਝਾਤੀ ਮਾਰ ਕੇ ਵੇਖ ਲਓ ਪਿਆਰਿਓ, ਤੁਹਾਨੂੰ ਜਗਤ ਦੇ ਵਿੱਚ ਰਹਿੰਦਿਆਂ ਹੀ ਪ੍ਰਤੀਤ ਹੋ ਜਾਂਦਾ, ਪਤਾ ਲੱਗ ਜਾਂਦਾ ਹੈ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸੰਗੀ ਸਾਥੀ ਕੋਈ ਨਹੀਂ। ਵੈਦੋ ਨ ਵਾਈ ਭੈਣੋ ਨ ਭਾਈ ਏਕੋ ਸਹਾਈ ਰਾਮ ਹੈ। ਕੀਤਾ ਜਿਸ ਹੋਵੈ ਪਾਪਾਂ ਮਲ ਖੋਵੈ ਸੋ ਸਿਮਰੋ ਪ੍ਰਧਾਨ ਹੈ। ਘਟ ਘਟ ਵਾਸੀ ਸਰਬ ਨਿਵਾਸੀ ਅਸਥੁਰ ਜਾਂ ਕਾ ਥਾਨ ਹੈ। ਆਵੈ ਨ ਜਾਵੈ ਸੰਗੈ ਸਮਾਵੈ। ਉਸੇ ਨੂੰ ਪਰਮੇਸ਼ਰ ਨੂੰ ਸਿਮਰਨਾ ਚਾਹੀਦਾ ਪਿਆਰਿਓ ਜਿਹੜਾ ਕਦੇ ਆਉਂਦਾ ਨਹੀਂ ਕਦੇ ਜਾਂਦਾ ਨਹੀਂ। ਸੋ ਸਿਮਰੋ ਪ੍ਰਧਾਨ ਹੈ। ਉਸ ਵਾਹਿਗੁਰੂ ਨੂੰ ਸਿਮਰਨਾ ਕਰੋ ਪਿਆਰਿਓ। ਬਾਕੀ ਜ਼ਿੰਦਗੀ ਦੇ ਵਿੱਚ ਤੁਹਾਡਾ ਜਗਤ ਦੇ ਵਿੱਚ ਉਤਨੀ ਦੇਰ ਤੱਕ ਸਾਥ ਦੇਵੇਗਾ ਕੋਈ ਜਿਤਨਾ ਦੇਰ ਤੁਹਾਡੇ ਕੋਲ ਸੁੱਖ ਹੈ। ਜਦੋਂ ਸੁੱਖ ਤੁਹਾਡੇ ਕੋਲ ਨਹੀਂ ਕਿਸੇ ਨੇ ਤੁਹਾਡੇ ਨੇੜੇ ਨਹੀਂ ਢੁਕਣਾ। ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨ ਜਮ ਕੋ ਤਰਾਸ। ਕਹੋ ਨਾਨਕ ਹਰਿ ਭਜ ਮਨਾ ਨਿਰਭੈ ਪਾਵੇ ਬਾਸ। ਕਹਿੰਦੇ ਵੇਖੋ ਪਰਮਾਤਮਾ ਦਾ ਸਿਮਰਨ ਭੁਲਾ ਕੇ
ਜੀਵ ਅਨੇਕਾਂ ਜਨਮਾਂ ਦੇ ਵਿੱਚ ਭਟਕਦਾ ਫਿਰਦਾ, ਜਮਾਂ ਦਾ ਡਰ ਇਸ ਦੇ ਅੰਦਰੋਂ ਕਦੇ ਨਹੀਂ ਮੁੱਕਦਾ ਪਿਆਰਿਓ। ਜਮਾਂ ਦੀ ਤਰਾਸ ਮੁੱਕਣੀ ਕੋਈ ਨਹੀਂ, ਜਮ ਵਾਰ-ਵਾਰ ਆਉਣਗੇ। ਜਦੋਂ ਵੀ ਜਨਮ ਲਿਆ ਆਖਰ ਮੌਤ ਨੇ ਤੇ ਆਉਣਾ ਪਿਆਰਿਓ, ਜਮਾਂ ਦੇ ਵੱਸ ਪੈਣਾ ਪਵੇਗਾ। ਤੇ ਇਹਨਾਂ ਦੇ ਵਿੱਚੋਂ ਮੁਕਤ ਹੋਣ ਵਾਸਤੇ, ਆਉਣ ਜਾਣ ਦੇ ਸਮੇਂ ਦੇ ਵਿੱਚੋਂ ਮੁਕਤ ਹੋਣ ਵਾਸਤੇ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੈ। ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਇਹ ਜਮਾਂ ਦਾ ਡਰ ਉਤਨੀ ਦੇਰ ਤੱਕ ਨਹੀਂ ਮੁੱਕੇਗਾ ਜਿਤਨੀ ਦੇਰ ਤੱਕ ਪਰਮੇਸ਼ਰ ਦੇ ਨਾਲ ਅਸੀਂ ਜੁੜਦੇ ਕੋਈ ਨਹੀਂ। ਇਹ ਡਰ ਜਿਵੇਂ ਦਾ ਤਿਵੇਂ ਬਣਿਆ ਹੀ ਰਹੇਗਾ। ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵੇ ਵਾਸ। ਨੌਵੇਂ ਨਾਨਕ ਕਹਿੰਦੇ ਨੇ ਪ੍ਰਮਾਤਮਾ ਦਾ ਭਜਨ ਕਰਦਾ ਰਿਹਾ ਕਰ। ਭਜਨ ਦੀ ਬਰਕਤ ਦੇ ਨਾਲ ਤੂੰ ਉਸ ਪ੍ਰਭੂ ਵਿੱਚ ਨਿਵਾਸ ਪ੍ਰਾਪਤ ਕਰ ਲਏਗਾ, ਜਿਸ ਨੂੰ ਕੋਈ ਡਰ ਪੋ ਨਹੀਂ ਸਕਦਾ। ਕਿਉਂਕਿ ਜਿਸ ਦੇ ਅੰਦਰ ਪਰਮੇਸ਼ਰ ਦਾ ਨਾਮ ਹੋਵੇ ਪਿਆਰਿਓ, ਸੋ ਕਤ ਡਰੈ ਜੇ ਖਸਮ ਸਮਾਰੈ। ਡਰ ਡਰ ਪਚੇ ਮਨਮੁਖ ਵਿਚਾਰੇ। ਡਰਦੇ ਤੇ ਉਹ ਨੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ, ਜਿਹੜੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੇ ਹੁੰਦੇ ਨੇ ਪਿਆਰਿਓ, ਉਹ ਡਰਦੇ ਕੋਈ ਨਹੀਂ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਦੁਰਮਤ ਸੋ ਨਾਨਕ ਫਦਿਓ, ਰਾਖ ਲਿਹੋ ਭਗਵਾਨ। ਜਤਨ ਬਹੁਤ ਮੈਂ ਕਰ ਰਹਿਓ, ਕਹਿੰਦੇ ਬੜੇ ਯਤਨ ਕੀਤੇ, ਮੈਂ ਅਨੇਕਾਂ ਹੀ ਯਤਨ ਕੀਤੇ। ਹੇ ਭਗਵਾਨ, ਹੇ ਵਾਹਿਗੁਰੂ, ਅਨੇਕਾਂ ਹੋਰ ਯਤਨ ਕਰ ਚੁੱਕਾ। ਉਹਨਾਂ ਯਤਨਾਂ ਦੇ ਨਾਲ ਮਨ ਦਾ ਅਹੰਕਾਰ ਦੂਰ ਨਹੀਂ ਹੋਇਆ, ਇਹ ਡਰ ਦੂਰ ਨਹੀਂ ਹੋਇਆ। ਆ ਜਿਹੜਾ ਈਗੋ ਹੈ ਇਹ ਨਹੀਂ ਗਿਆ। ਬੜੇ ਯਤਨ ਕੀਤੇ ਨੇ ਪਿਆਰਿਓ। ਯਤਨੀਆਂ ਇਹਦੀ ਕੋਈ ਦਵਾਈ ਥੋੜ੍ਹੀ ਹੈਗੀ ਹੈ। ਦਵਾਈ ਤੇ ਕੇਵਲ ਇੱਕੋ ਹੀ ਪਰਮੇਸ਼ਰ ਦੇ ਨਾਮ ਦੀ ਹੈ। ਜਿਵੇਂ ਭਗਤ ਭੀਖਨ ਜੀ ਕਹਿੰਦੇ ਨੇ, ਹਰਿ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ। ਗੁਰ ਪ੍ਰਸਾਦ ਕਹਿ ਜਨ ਭੀਖਨ, ਪਾਵੋ ਮੋਖ ਦੁਆਰਾ। ਮੋਕਸ਼ ਦੀ ਪਦਵੀ ਮਿਲ ਜਾਵੇਗੀ ਜੇ ਕਿਧਰੇ ਪਰਮੇਸ਼ਰ ਦੇ ਨਾਮ ਦੀ ਦਵਾਈ ਲਈ ਜਾਵੇ। ਯਤਨ ਬੜੇ ਕੀਤੇ, ਕਿਉਂਕਿ ਯਤਨ ਹੋਰ ਕਰਨੇ ਵਿਅਰਥ ਹਨ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮਿਟਿਓ ਨਾ ਮਨ ਕੋ ਮਾਨ। ਮਨ ਦਾ ਅਹੰਕਾਰ ਨਹੀਂ ਦੂਰ ਹੋਇਆ। ਹੋਇਆ ਕਿ ਦੁਰਮਤ ਸੋ ਨਾਨਕ ਫਦਿਓ, ਰਾਖ ਲਿਹੋ ਭਗਵਾਨ। ਸਤਿਗੁਰੂ ਜੀ ਕਹਿੰਦੇ ਨੇ ਇਹ ਖੋਟੀ ਮਤ ਨਾਲ ਚੰਬੜਿਆ ਹੀ ਰਹਿੰਦਾ ਹੈ। ਹਮੇਸ਼ਾ ਖੋਟੀ ਮਤ ਇਹਦੇ ਨਾਲ ਹੀ ਰਹਿੰਦੀ ਹੈ। ਹੇ ਭਗਵਾਨ, ਤੂੰ ਆਪ ਹੀ ਰੱਖਿਆ ਕਰ। ਹੇ ਵਾਹਿਗੁਰੂ, ਤੂੰ ਆਪ ਹੀ ਰੱਖਿਆ ਕਰ। ਇਹ ਦੁਰਮਤ ਜਿਹੜੀ ਹੈ, ਇਹ ਭੈੜੀ ਮਤ ਹੈ ਜਿਹੜੀ, ਇਹ ਖਹਿੜਾ ਕੋਈ ਨਹੀਂ ਛੱਡਦੀ। ਆਓ ਪਿਆਰੂ, ਇੱਕ ਸ਼ਲੋਕ ਆਪ ਜੀਆਂ ਦੇ ਨਾਲ ਹੋਰ ਸਾਂਝਾ ਕਰਨਾ ਹੈ। ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਕਹੋ ਨਾਨਕ ਹਰਿ ਭਜਨ ਬਿਨ, ਬਿਰਥਾ ਸਭ ਹੀ ਮਾਨ। ਪਿਆਰਿਓ, ਬਾਲ ਜਵਾਨੀ ਤੇ